ਅੱਜ ਹੀ ਹਿੰਦੀ ਦੀ ਕਵਿਤਾ ਪੜ੍ਹੀ ਸੀ ਕਿ ਕਹੋ ਤभी कहना आएगा, कहो तभी लोग सुनेंगे। इस लिए कहना सिੱਖਣ ਲਈ बोल रही ਹਾਂ। ਪੰਜਾਬੀ ਸਮਾਜ ਵਿੱਚ ਨਾਰੀਵਾਦੀ ਹੋਣ ਦੇ ਅਰਥ ਸੰਸੇ, ਸ਼ੰਕੇ ਅਤੇ ਸਵਾਲ। ਇਹ ਜਿਹੜਾ ਪੇਪਰ ਹੈ ਇਹ ਬਹੁਤਾ ਇੱਥੇ ਬੈਠੇ ਲੋਕਾਂ ਨਾਲ ਹੀ ਜੁੜਿਆ ਹੋਇਆ। ਉਹਦਾ ਕਾਰਨ ਇਹ ਹੈ ਕਿ ਨਾਰੀਵਾਦੀ ਇਹ ਔਰਤ ਦੀ ਸਮੱਸਿਆ ਨਾਲ ਸਿੱਧੇ ਤੌਰ 'ਤੇ ਨਹੀਂ ਡੀਲ ਕਰਦਾ, ਬਲਕਿ ਨਾਰੀਵਾਦੀ ਹੋਣ ਦੀ ਸਮੱਸਿਆ ਨਾਲ ਡੀਲ ਕਰਦਾ। ਅਤੇ ਫੈਮਿਨਿਸਟ ਸਾਡੇ ਅਕਾਦਮਿਕ ਦਾਇਰਿਆਂ 'ਚੋਂ ਪੈਦਾ ਹੋਣੇ ਹੁੰਦੇ ਆ ਜਾਂ ਸਾਡੀਆਂ ਜਮਹੂਰੀ ਜਥੇਬੰਦੀਆਂ 'ਚੋਂ ਪੈਦਾ ਹੋਣੇ ਹੁੰਦੇ ਆ। ਇਸ ਕਰਕੇ ਇਹਦਾ ਬਹੁਤਾ ਸੰਬੰਧ ਸਾਡੇ ਨਾਲ ਹੈ। ਜਦੋਂ ਤੋਂ ਮੈਂ ਨਾਰੀਵਾਦ ਬਾਰੇ ਜਾਣਨਾ ਅਤੇ ਸਮਝਣਾ ਸ਼ੁਰੂ ਕੀਤਾ ਉਦੋਂ ਤੋਂ ਇੱਕ ਸਵਾਲ ਦਿਮਾਗ 'ਚ ਵਾਰ-ਵਾਰ ਆਉਂਦਾ ਰਿਹਾ ਕਿ ਜਦੋਂ ਬਾਕੀ ਭਾਰਤ ਵਿੱਚ ਕਈ ਨਾਰੀਵਾਦੀ ਔਰਤਾਂ ਅਲੱਗ-ਅਲੱਗ ਸੰਗਠਨਾਂ ਜਾਂ ਅਕਾਦਮਿਕ ਦਾਇਰਿਆਂ ਵਿੱਚ ਸਰਗਰਮ ਸਨ, ਉਸ ਵੇਲੇ ਪੰਜਾਬ 'ਚ ਕੋਈ ਨਾਰੀਵਾਦੀ ਸਾਹਿਤਕਾਰ ਜਾਂ ਕਾਰਕੁਨ ਦਿਖਾਈ ਕਿਉਂ ਨਹੀਂ ਦਿੰਦੀਆਂ। ਮਸਲਨ ਕਮਲਾ ਭਸੀਨ, ਉਮਾ ਚੱਕਰਵਰਤੀ, ਨਿਵੇਦਿਤਾ ਮੈਨਨ, ਮਹਾਦੇਵੀ ਵਰਮਾ ਜਿਹੜੀ ਸ਼੍ਰਿੰਖਲਾ ਕੀ ਕੜੀਆਂ ਕਿਤਾਬ ਲਿਖਦੀ ਹੈ, ਆਦਿ ਦੇ ਹਾਨ ਦੀ ਕੋਈ ਨਾਰੀਵਾਦੀ ਚਿੰਤਕ ਜਾਂ ਕਾਰਕੁਨ ਪੰਜਾਬ 'ਚ ਪੈਦਾ ਕਿਉਂ ਨਹੀਂ ਹੁੰਦੀ। ਅਜਿਹਾ ਕਿਉਂ ਵਾਪਰਦਾ ਹੈ, ਇਹ ਜਾਣਨ ਲਈ ਮੈਂ ਪੰਜਾਬ ਦੇ ਕੁਝ ਇਤਿਹਾਸਕਾਰਾਂ ਅੱਗੇ ਇਹ ਸਵਾਲ ਪਾਇਆ, ਪਰ ਕੋਈ ਤਸੱਲੀ ਬਖਸ਼ ਜਵਾਬ ਅਜੇ ਮੈਨੂੰ ਨਹੀਂ ਮਿਲਿਆ। ਇੱਕ ਜਵਾਬ ਜੋ ਆਮ ਤੌਰ 'ਤੇ ਸੁਣਨ ਨੂੰ ਮਿਲਿਆ ਉਹ ਇਹ ਸੀ ਕਿ ਪੰਜਾਬ 'ਚ ਸਿੱਖ ਧਰਮ ਦੇ ਇਨਕਲਾਬੀ ਸੁਭਾਅ ਕਾਰਨ ਔਰਤ ਦਾ ਦਮਨ ਉਸ ਤਰ੍ਹਾਂ ਦਾ ਨਹੀਂ ਰਿਹਾ ਜਿਵੇਂ ਬਾਕੀ ਸੂਬਿਆਂ ਵਿੱਚ ਸੀ। ਇੱਥੋਂ ਦੇ ਹੈਜਮੋਨਿਕ ਧਰਮ ਵਿੱਚ ਢੋਰ, ਗਵਾਰ, ਸ਼ੂਦਰ, ਪਸ਼ੂ, ਨਾਰੀ ਵਰਗੇ ਬੋਲੇ ਆਮ ਤੌਰ 'ਤੇ ਨਹੀਂ ਸੁਣੇ ਗਏ ਜਾਂ ਮਨੂ ਸਮ੍ਰਿਤੀ ਵਰਗੀਆਂ ਔਰਤ ਵਿਰੋਧੀ ਗੱਲਾਂ ਨਹੀਂ ਮਿਲਦੀਆਂ। ਇਸ ਲਈ ਵਿਰੋਧ ਦੀ ਕੋਈ ਜ਼ਰੂਰਤ ਨਹੀਂ ਸੀ। ਇਹ ਗੱਲ ਸਾਨੂੰ ਇੱਕ ਵਾਰ ਸੁਣਿਆ ਚੰਗੀ ਵੀ ਲੱਗਦੀ ਹੈ ਅਤੇ ਚੰਗੀ ਹੈ ਵੀ, ਪਰੰਤੂ ਸਵਾਲ ਉਦੋਂ ਪੈਦਾ ਹੁੰਦਾ ਜਦੋਂ ਇਸੇ ਗਲੋਰੀਫਿਕੇਸ਼ਨ ਦੇ ਨਾਲ ਨਾਲ ਪੰਜਾਬ ਦੇ ਕੁੜੀ ਮਾਰਾਂ ਦਾ ਦੇਸ਼ ਹੋਣ ਬਾਰੇ ਸੁਣਦੀ ਹਾਂ। ਇਹ ਵੀ ਪਹਿਲੀ ਗੱਲ ਜਿੰਨੀ ਹੀ ਸੱਚੀ ਹੈ। ਮੈਂ ਉਪਰੋਕਤ ਦੋਹਾਂ ਗੱਲਾਂ ਦਾ ਕੋਈ ਸਬੰਧ ਨਹੀਂ ਬਣਾ ਪਾਉਂਦੀ। ਪੰਜਾਬ ਦਾ ਲਿੰਗ ਅਨੁਪਾਤ ਵੀ ਭਾਰਤ ਤੇ ਔਸਤ ਲਿੰਗ ਅਨੁਪਾਤ ਨਾਲੋਂ ਹਮੇਸ਼ਾ ਘੱਟ ਰਿਹਾ। ਪੰਜਾਬ ਦੇ ਧਰਮ, ਚਿੰਤਨ, ਰਾਜਨੀਤੀ, ਆਰਥਿਕਤਾ ਆਦਿ ਵਿੱਚ ਵੀ ਔਰਤ ਦੀ ਉਸ ਤਰ੍ਹਾਂ ਦੀ ਪ੍ਰਤੀਨਿਧਤਾ ਕਿਤੇ ਨਜ਼ਰ ਨਹੀਂ ਆਉਂਦੀ ਜਿਸ ਤੋਂ ਲੱਗਦਾ ਹੋਵੇ ਕਿ ਪੰਜਾਬ 'ਚ ਔਰਤ ਦੀ ਦੁਜੈਲਤਾ ਦਾ ਕੋਈ ਮਸਲਾ ਨਹੀਂ ਰਿਹਾ। ਪਿਛਲੇ ਸਾਲਾਂ ਵਿੱਚ ਵਿਆਹੁਤਾ ਕਲੇਸ਼ਾਂ ਦੇ ਕਈ ਮਾਮਲਿਆਂ 'ਚ ਪੰਜਾਬ ਮਹਿਲਾ ਕਮਿਸ਼ਨ ਦੀ ਮੁਖੀ ਦੁਆਰਾ ਔਰਤਾਂ ਨੂੰ ਮੋਬਾਈਲ ਦੀ ਘੱਟ ਵਰਤੋਂ ਦੀ ਸਲਾਹ ਦਿੱਤੀ ਗਈ। ਹਾਲ ਹੀ ਵਿੱਚ ਮਨੀਸ਼ਾ ਗੁਲਾਟੀ ਦੁਆਰਾ ਇੱਕ ਗਾਇਕ ਦੇ ਆਪਣੀ ਪਤਨੀ ਨਾਲ ਚੱਲ ਰਹੇ ਝਗੜੇ ਦਾ ਹੱਲ ਔਰਤ ਦੀ ਭੈਣ ਦਾ ਉਸ ਦੇ ਘਰ ਆਉਣਾ ਜਾਣਾ ਬੰਦ ਕਰਕੇ ਅਤੇ ਉਸ ਨੂੰ ਹੋਰ ਇਕੱਲਾ ਕਰਕੇ ਕੀਤਾ ਗਿਆ। ਇਸ ਤਰ੍ਹਾਂ ਦੇ ਬਿਆਨ ਅਤੇ ਫੈਸਲੇ ਮਹਿਜ਼ ਕਿਸੇ ਇੱਕ ਅਧਿਕਾਰੀ ਬਾਰੇ ਨਹੀਂ, ਸਗੋਂ ਸਾਡੀ ਸਮੁੱਚੀ ਸੱਭਿਆਚਾਰਕ ਸੋਚਣੀ ਬਾਰੇ ਦੱਸਦੇ ਹਨ। ਇਹਨਾਂ ਸਾਰੇ ਮਸਲਿਆਂ ਬਾਰੇ ਸੋਚਦਿਆਂ ਸਗੋਂ ਪਹਿਲਾ ਸਵਾਲ ਹੋਰ ਗੂੜਾ ਹੋ ਜਾਂਦਾ ਹੈ ਕਿ ਇਹ ਸਭ ਦੇ ਹੁੰਦਿਆਂ ਵੀ ਕੋਈ ਉਸ ਤਰ੍ਹਾਂ ਦੀ ਵਿਰੋਧੀ ਆਵਾਜ਼ ਕਿਉਂ ਸਾਨੂੰ ਨਜ਼ਰ ਨਹੀਂ ਆਉਂਦੀ। ਇਸੇ ਸਵਾਲ ਦਾ ਉੱਤਰ ਲੱਭਦਿਆਂ ਮੈਨੂੰ ਇੱਕ ਤੰਦ ਉਦੋਂ ਲੱਭਦੀ ਹੈ ਜਦੋਂ ਪਿਛਲੇ ਵਰ੍ਹਿਆਂ 'ਚ ਸ਼ਾਇਦ ਪਹਿਲੀ ਵਾਰ ਪੰਜਾਬ 'ਚ ਕੁਝ ਕੁੜੀਆਂ ਆਪਣੇ ਆਪ ਨੂੰ ਨਾਰੀਵਾਦੀ ਐਲਾਨਦਿਆਂ ਪਿਤਰਕੀ ਨੂੰ ਵੰਗਾਰਨਾ ਸ਼ੁਰੂ ਕਰਦੀਆਂ ਹਨ। ਇਸ ਵੰਗਾਰ ਨੇ ਜਿੱਥੇ ਇੱਕ ਪਾਸੇ ਪੰਜਾਬ ਦੇ ਅਖੌਤੀ ਖੱਬੇ ਪੱਖੀਆਂ ਨੂੰ ਤੰਗ ਕੀਤਾ, ਉੱਥੇ ਦੂਜੇ ਪਾਸੇ ਅਖੌਤੀ ਸਿੱਖਾਂ ਨੂੰ ਵੀ ਪਰੇਸ਼ਾਨੀ ਦਿਸੀ। ਨਾਰੀਵਾਦੀਆਂ ਦੀਆਂ ਪੋਸਟਾਂ 'ਤੇ ਅਸ਼ਲੀਲ ਸ਼ਬਦਾਵਲੀ, ਧਮਕੀਆਂ, ਇਨਬਾਕਸ ਵਿੱਚ ਘਟੀਆ ਸੁਨੇਹੇ ਆਦਿ ਜਿਵੇਂ ਮੇਰੇ ਸੰਸਿਆਂ ਅਤੇ ਸ਼ੰਕਿਆਂ ਨੂੰ ਸਹੀ ਸਿੱਧ ਕਰ ਰਹੇ ਸੀ। ਪੰਜਾਬ 'ਚ ਆਪਣੇ ਐਲਾਨੀਆਂ ਨਾਰੀਵਾਦੀ ਹੋਣ ਦੇ ਛੋਟੇ ਜਿਹੇ ਸਮੇਂ ਦੇ ਅਨੁਭਵ ਨੇ ਮੈਨੂੰ ਇਹ ਅਹਿਸਾਸ ਕਰਵਾਇਆ ਕਿ ਇਸ ਆਪਣੇ ਆਪ ਨੂੰ ਮਾਰਸ਼ਲ ਕੌਮ ਆਖਣ ਵਾਲੀ ਕੌਮ ਦੁਆਰਾ ਸਗੋਂ ਵਧੇਰੇ ਡੂੰਘੇ ਅਤੇ ਸੂਖਮ ਤਰੀਕੇ ਨਾਲ ਔਰਤ ਨੂੰ ਵਸਤੂ ਬਣਾਇਆ ਗਿਆ ਹੈ। ਕਈ ਵਾਰ ਤਾਂ ਇਹ ਵੀ ਪਤਾ ਲੱਗਦਾ ਹੈ ਕਿ ਜਿਸ ਲਈ ਬੋਲ ਦੀ ਤਲਾਸ਼ ਕਰਨੀ ਹੈ ਉਹ ਵੀ ਸਾਡੇ ਕੋਲ ਹਾਜ਼ਰ ਨਹੀਂ ਹੈ। ਪੰਜਾਬੀ ਸਮਾਜ ਵਿੱਚ ਨਾਰੀਵਾਦੀ ਹੋਣਾ ਇੱਕ ਮੁਸ਼ਕਿਲ ਤੇ ਜ਼ੋਖਮ ਭਰਿਆ ਕਾਰਜ ਹੈ। ਸਭ ਤੋਂ ਪਹਿਲਾਂ ਤਾਂ ਔਰਤਾਂ ਦੀ ਦੁਜੈਲਤਾ ਦੀ ਸ਼ਨਾਖਤ ਕਰ ਸਕਣਾ ਤੇ ਕਰਵਾ ਸਕਣਾ ਹੀ ਸਾਨੂੰ ਔਖਾ ਲੱਗਦਾ ਹੈ। ਬੇਸ਼ੱਕ ਸੰਜੀਦਗੀ ਨਾਲ ਦੇਖਣਾ ਚਾਹੀਏ ਤਾਂ ਇਹ ਲੱਭਣਾ ਕੋਈ ਇੰਨਾ ਮੁਸ਼ਕਿਲ ਹੈ ਨਹੀਂ। ਮੇਰੀ ਧਾਰਨਾ ਇਹ ਬਣੀ ਕਿ ਪੰਜਾਬ ਦੇ ਨੈਰੇਟਿਵ ਉੱਤੇ ਜਿਹੜੀਆਂ ਧਿਰਾਂ ਦਾ ਗਲਬਾ ਰਿਹਾ ਉਹਨਾਂ 'ਚੋਂ ਇੱਕ ਜਗੀਰੂ ਵਿਚਾਰਧਾਰਾ ਤਹਿਤ ਔਰਤ ਦੇ ਬੋਲ ਨੂੰ ਅਹਿਮੀਅਤ ਨਹੀਂ ਦਿੰਦੀ ਤੇ ਦੂਜੀ ਧਿਰ ਔਰਤ ਜਾਂ ਜਾਤ ਦਾ ਸਵਾਲ ਉਠਾਉਣ ਵਾਲਿਆਂ ਨੂੰ ਇਨਕਲਾਬ ਦੇ ਦੁਸ਼ਮਣ ਸਮਝਦੀ ਹੈ। ਪੰਜਾਬ ਦੀ ਔਰਤ ਆਪ ਵੀ ਇਹਨਾਂ ਦੋਹਾਂ ਧਿਰਾਂ ਅੰਦਰਲੇ ਪਿਤਰਕੀ ਦੇ ਗਲਬੇ 'ਚ ਇਸ ਤਰ੍ਹਾਂ ਰੰਗੀ ਰਹਿੰਦੀ ਹੈ ਕਿ ਉਹ ਆਪਣੇ ਚਿੱਤ, ਚੇਤੇ ਅਤੇ ਚੇਤਨਾ ਦੇ ਸਵਾਲ ਤੋਂ ਆਮ ਤੌਰ 'ਤੇ ਉਦਾਸੀਨ ਰਹਿੰਦੀ ਹੈ। ਜਿੱਥੇ ਕੋਈ ਔਰਤ ਥੋੜ੍ਹੀਆਂ ਬਹੁਤੀਆਂ ਕੋਸ਼ਿਸ਼ਾਂ ਕਰਦੀ ਵੀ ਹੈ ਤਾਂ ਅਸਵੀਕਾਰ ਤੋਂ ਡਰਦੀ ਅਤੇ ਸਵੀਕਾਰ ਚਾਹੁੰਦੀ ਵਾਰ-ਵਾਰ ਆਪਣੀ ਨਾਰੀਵਾਦੀ ਨਾ ਹੋਣ ਬਾਰੇ ਸਫਾਈ ਦਿੰਦੀ ਹੈ। ਅਮਰਤਾ ਪ੍ਰੀਤਮ ਤੋਂ ਪਾਲ ਕੌਰ ਤੱਕ ਤੇ ਸਾਡੇ ਸਮਕਾਲ ਦੀਆਂ ਅਨੇਕਾਂ ਲੇਖਿਕਾਵਾਂ ਤੱਕ ਇਹ ਰੁਝਾਨ ਸਰਸਰੀ ਜਿਹੀ ਝਾਤ ਮਾਰਨ 'ਤੇ ਦਿਖ ਜਾਂਦਾ ਹੈ। ਇਸ ਖੋਜ ਪੱਤਰ ਦੀਆਂ ਲੋੜਾਂ ਲਈ ਪੰਜਾਬ ਦੀਆਂ ਸਾਹਿਤਕ ਤੇ ਅਕਾਦਮਿਕ ਦਾਇਰਿਆਂ ਨਾਲ ਜੁੜੀਆਂ ਔਰਤਾਂ ਤੋਂ ਇੱਕ ਪ੍ਰਸ਼ਨੋਤਰੀ ਭਰਵਾਈ ਗਈ। ਉਸ ਦੇ ਬੜੇ ਦਿਲਚਸਪ ਸਿੱਟੇ ਨਿਕਲੇ।
ਉਹ ਮੈਂ ਸਾਰਾ ਪੜ੍ਹਦੀ ਨਹੀਂ ਹਾਂ ਜਿਹੜੀ ਅਸੀਂ ਪ੍ਰਸ਼ਨੋਤਰੀ 'ਚ ਕਿੰਨੇ % ਨੇ ਕੀ ਕਿਹਾ, ਪਰ ਉਹ ਫਾਰਮੂਲੇਸ਼ਨਸ ਦੇ ਆਧਾਰ 'ਤੇ ਅੱਗੋਂ ਆਪਣੀ ਗੱਲ ਕਰਦੀ ਹਾਂ। ਮਸਲਨ ਸਾਡੀ ਅਕਾਦਮਿਕਤਾ ਨਾਲ ਜੁੜੀਆਂ ਔਰਤਾਂ ਤੇ ਸਮਾਜਿਕ ਕਾਰਕੁਨ ਔਰਤਾਂ, ਇਹ ਧਾਰਨਾ ਕਿੱਥੋਂ ਆਉਂਦੀ ਹੈ ਕਿ ਸਾਨੂੰ ਨਾਰੀਵਾਦ ਦੀ ਜ਼ਰੂਰਤ ਨਹੀਂ? ਕੁਝ ਕੁੜੀਆਂ ਨੇ ਇਹ ਕਿਹਾ ਸਾਡੀ ਪ੍ਰਸ਼ਨੋਤਰੀ 'ਚ। ਜਾਂ ਫਿਰ ਇਹ ਮੱਧ ਵਰਗੀ ਔਰਤਾਂ ਦਾ ਮਸਲਾ ਹੈ ਕਿ ਇਹ ਸਾਡੀਆਂ ਅਕਾਦਮਿਕ ਸੰਸਥਾਵਾਂ ਤੇ ਖੱਬੇ ਪੱਖੀ ਜਾਂ ਜਮਹੂਰੀ ਜਥੇਬੰਦੀਆਂ ਵਿੱਚ ਪ੍ਰਚਲਿਤ ਪਿਤਰਕੀ ਵਿਚਾਰਾਂ ਦੇ ਬਣਾਏ ਬਚਾਏ ਤੇ ਫੈਲਾਏ ਵਿਚਾਰ ਨਹੀਂ ਹਨ? ਇਹਨਾਂ ਸੰਸਥਾਵਾਂ ਤੇ ਜਥੇਬੰਦੀਆਂ 'ਚ ਕੰਮ ਕਰਦੀਆਂ ਔਰਤਾਂ ਉੱਪਰ ਵੀ ਇਹਨਾਂ ਵਿਚਾਰਾਂ ਦਾ ਗਲਬਾ ਇਸ ਤਰ੍ਹਾਂ ਦਾ ਹੈ ਕਿ ਔਰਤਾਂ ਆਪਣੇ ਆਤਮ ਅਤੇ ਅਨਾਤਮ ਰਾਹੀਂ ਸੰਸਾਰ ਨੂੰ ਸਮਝਣ ਦੀ ਬਜਾਏ ਭਾਰੂ ਪ੍ਰਚਲਿਤ ਵਿਚਾਰਾਂ ਰਾਹੀਂ ਹੀ ਦੇਖਦੀਆਂ ਤੇ ਸਮਝਦੀਆਂ ਹਨ। ਇਹ ਇੱਕ ਹੱਦ ਤੱਕ ਸੁਭਾਵਿਕ ਹੀ ਹੈ, ਪਰੰਤੂ ਬਹੁਤਾ ਦਬਾਅ ਕਾਰਨ ਵਾਪਰਦਾ ਹੈ। ਇਸ ਸੰਬੰਧੀ ਰਿਤੂ ਮੈਨਨ ਨੇ ਵੀ ਇੱਕ ਥਾਂ ਤੇ ਕੋਟ ਕੀਤਾ ਕਿ ਜਿਹੜੀਆਂ ਸਾਰੀਆਂ ਹੀ ਨਾਰੀਵਾਦੀ ਔਰਤਾਂ ਉਹ ਹਮੇਸ਼ਾ ਇਸ ਦੁਵਿਧਾ 'ਚ ਰਹਿੰਦੀਆਂ ਨੇ ਕਿ ਉਹ ਅੰਦਰੋਂ ਤਾਂ ਨਾਰੀਵਾਦੀ ਵਿਚਾਰਧਾਰਾ ਦੇ ਨਾਲ ਖੜਨਾ ਚਾਹੁੰਦੀਆਂ ਨੇ, ਪਰ ਜਿਹੜੀ ਪਾਵਰ ਜਾਂ ਪਛਾਣ ਬਣਨੀ ਆ ਉਹ ਮੁੱਖ ਧਾਰਾ ਦੇ ਵਿਸ਼ਿਆਂ ਬਾਰੇ ਕੰਮ ਕਰਨ ਜਾਂ ਗੱਲ ਕਰਨ ਨੇ ਉਹਨਾਂ ਨੂੰ ਦੇਣੀ ਆ। ਇਸ ਕਰਕੇ ਉਹ ਕਦੇ ਵੀ ਠੀਕ ਚੋਣ ਨਹੀਂ ਕਰ ਪਾਉਂਦੀਆਂ। ਅਕਾਦਮਿਕ ਖੇਤਰ 'ਚ ਵਿਚਰਨ ਵਾਲੀਆਂ ਕੁੜੀਆਂ ਦਾ ਕੈਰੀਅਰ, ਪ੍ਰਵਾਨਗੀ ਤੇ ਸਤਿਕਾਰ ਆਦਿ ਸਭ ਇਸੇ ਅਕਾਦਮਿਕ ਸੱਭਿਆਚਾਰ ਨਾਲ ਜੁੜਿਆ ਹੋਇਆ ਹੈ। ਇਸ ਸੱਭਿਆਚਾਰ ਵਿੱਚ ਆਲੋਚਕ ਹੋਣਾ, ਲੇਖਕ ਹੋਣਾ, ਮਨੋਵਿਗਿਆਨੀ ਹੋਣਾ, ਇਤਿਹਾਸਕਾਰ ਹੋਣਾ, ਪਦਾਰਥਵਾਦੀ ਹੋਣਾ ਸਭ ਮਾਣ ਵਾਲੀਆਂ ਗੱਲਾਂ ਹਨ। ਮਸਲਨ ਮੈਂ ਪੰਜਾਬੀ ਅਕਾਦਮਿਕਤਾ ਨਾਲ ਜੁੜੇ ਕਿਸੇ ਵਿਦਿਆਰਥੀ ਜਾਂ ਵਿਦਿਆਰਥਣ ਨੂੰ ਇਹ ਕਹਿੰਦੇ ਨਹੀਂ ਸੁਣਿਆ ਕਿ ਉਹ ਵਿਚਾਰਧਾਰਾ, ਮਾਰਕਸਵਾਦ, ਮਨੋਵਿਸ਼ਲੇਸ਼ਣ ਜਾਂ ਲੋਕਧਾਰਾ ਬਾਰੇ ਖੋਜ ਨਹੀਂ ਕਰਨਾ ਚਾਹੁੰਦਾ ਜਾਂ ਚਾਹੁੰਦੀ, ਕਿਉਂਕਿ ਇਸ ਨਾਲ ਉਸ ਦੇ ਮਾਰਕਸਵਾਦੀ ਹੋਣ ਦਾ, ਮਨੋਵਿਸ਼ਲੇਸ਼ਣਵਾਦੀ ਹੋਣ ਦਾ ਜਾਂ ਲੋਕਧਾਰਾਈ ਹੋਣ ਦਾ ਟੈਗ ਲੱਗ ਜਾਵੇਗਾ। ਪਰ ਨਾਰੀਵਾਦੀ ਹੋਣ ਦਾ ਤੇ ਦਲਿਤਵਾਦੀ ਹੋਣ ਦਾ ਇੰਨਾ ਖੌਫ ਹੈ ਜਦੋਂ ਮੇਰੀ ਵਿਦਿਆਰਥਣਾਂ ਨਾਲ ਗੱਲ ਹੁੰਦੀ ਹੈ ਵਿਸ਼ੇ ਚੁਣਨ ਦਾ ਕਿ ਸਾਨੂੰ ਮਜ਼ਾਕ ਕੀਤੇ ਜਾਣਗੇ, ਸਾਡੇ ਤੇ ਟੈਗ ਲੱਗ ਜੂਗਾ ਤੇ ਅਸੀਂ ਇਹ ਟੈਗ ਨਹੀਂ ਲਾਉਣਾ ਚਾਹੁੰਦੇ। ਇਸ ਤਰ੍ਹਾਂ ਦਾ ਮਾਹੌਲ ਘੜਿਆ ਗਿਆ ਹੈ ਕਿ ਨਾਰੀਵਾਦ ਜਾਂ ਦਲਿਤਵਾਦ ਬਾਰੇ ਕੰਮ ਕਰਨ ਨਾਲ ਤੁਸੀਂ ਚਿੰਤਨ ਦੀ ਮੁੱਖ ਧਾਰਾ 'ਚੋਂ ਬਾਹਰ ਨਿਕਲ ਜਾਂਦੇ ਹੋ। ਸਿਮੋਨ ਦੀ ਕਿਤਾਬ ਦੀ ਰੌਸ਼ਨੀ 'ਚ ਦੇਖਾਂ ਤਾਂ ਮੈਨੂੰ ਇੰਝ ਲੱਗਦਾ ਹੈ ਕਿ ਨਾਰੀਵਾਦੀ ਚਿੰਤਕ, ਲੇਖਕ ਅਤੇ ਆਲੋਚਕ ਇਸ ਸੱਭਿਆਚਾਰ ਵਿੱਚ ਦੂਜੇ ਦਰਜੇ ਦੇ ਚਿੰਤਕ, ਲੇਖਕ ਅਤੇ ਆਲੋਚਕ ਮੰਨੇ ਜਾਂਦੇ ਹਨ। ਹੁਣ ਆਪਣੀ ਮਰਜ਼ੀ ਨਾਲ ਭਲਾ ਕੌਣ ਦੂਜੇ ਦਰਜੇ 'ਚ ਰਹਿਣਾ ਚਾਹੇਗਾ? ਸੋ ਇਹ ਔਰਤਾਂ ਇਸ ਗੱਲ 'ਤੇ ਸਵਾਲ ਕਰਨ ਦੀ ਬਜਾਏ ਕਿ ਇਹ ਮੁੱਖ ਧਾਰਾ ਦੀ ਪਰਿਭਾਸ਼ਾ ਬਣਾਈ ਕਿਸ ਨੇ ਹੈ ਅਤੇ ਉਹਨਾਂ ਨੂੰ ਦੂਜੇ ਦਰਜੇ ਉੱਤੇ ਰੱਖਣ ਵਾਲੀ ਸਾਜ਼ਿਸ਼ ਘੜੀ ਕਿਉਂ ਗਈ ਹੈ, ਸੌਖਾ ਰਾਹ ਚੁਣਦੀਆਂ ਨੇ ਤੇ ਉਹ ਰਾਹ ਹੈ ਅਖੌਤੀ ਮੁੱਖ ਵਿਸ਼ਿਆਂ 'ਚ ਕੰਮ ਕਰਨਾ। ਬੇਸ਼ੱਕ ਉਹ ਇੱਥੇ ਵੀ ਆਮ ਤੌਰ 'ਤੇ ਦੂਜੇ ਦਰਜੇ ਦੀਆਂ ਹੀ ਸਮਝੀਆਂ ਜਾਂਦੀਆਂ ਰਹਿੰਦੀਆਂ ਹਨ, ਪਰ ਉਹ ਇਸ ਤਰ੍ਹਾਂ ਸੋਚ ਕੇ ਬੜਾ ਮਾਣ ਮਹਿਸੂਸ ਕਰਦੀਆਂ ਨੇ ਕਿ ਉਹਨਾਂ ਨੇ ਮਰਦਾਂ ਦੀ ਕਾਨਫਰੰਸ 'ਚ ਉਹ ਇਕੱਲੀ ਔਰਤ ਸੀ ਜਾਂ ਉਹ ਔਰਤਾਂ ਵਾਂਗੂ ਮਰਦਾਂ ਵਾਂਗੂ ਲਿਖਦੀਆਂ ਹਨ। ਗਲੋਰੀਆ ਸਟਾਈਨਮ ਆਪਣੇ ਇੱਕ ਲੇਖ 'ਚ ਲਿਖਦੀ ਹੈ ਕਿ ਉਹ ਅਜਿਹੇ ਵਾਕ ਬੋਲਣ ਵਿੱਚ ਕਦੇ ਬੜੀ ਸੁਰੱਖਿਅਤ ਤੇ ਇਮਾਨਦਾਰ ਕਿਸਮ ਦਾ ਸੁੱਖ ਮਹਿਸੂਸ ਕਰਦੀ ਸੀ, ਜਿਵੇਂ ਉਹ ਔਰਤਾਂ ਵਾਲੀਆਂ ਗੱਲਾਂ ਬਾਰੇ ਨਹੀਂ ਲਿਖਣਾ ਚਾਹੁੰਦੀ, ਸਗੋਂ ਵਿਦੇਸ਼ ਨੀਤੀ ਬਾਰੇ ਲਿਖਣਾ ਚਾਹੁੰਦੀ ਹੈ, ਜਾਂ ਇਸ ਗੱਲ ਦੀ ਸ਼ੇਖੀ ਮਾਰਨਾ ਕਿ ਫਲਾਨਾ ਕਹਿੰਦਾ ਹੈ ਕਿ ਉਹ ਤਾਂ ਬਿਲਕੁਲ ਮਰਦਾਂ ਵਾਂਗੂ ਲਿਖਦੀ ਹੈ। ਪਰ ਗਲੋਰੀਆ ਲਿਖਦੀ ਹੈ ਕਿ ਹੁਣ ਉਹ ਆਪਣੇ ਅਜਿਹੇ ਬੋਲਾਂ ਨੂੰ ਬੜੀ ਤਕਲੀਫ ਨਾਲ ਯਾਦ ਕਰਦੀ ਹੈ। ਦਰਅਸਲ ਸਾਨੂੰ ਜਦੋਂ ਤੱਕ ਇਹ ਗੱਲ ਸਮਝ ਨਹੀਂ ਆਉਂਦੀ ਕਿ ਕਿਸੇ ਵਿਸ਼ੇ ਦੇ ਬੁੱਧੀਜੀਵੀਆਂ ਵਿੱਚ ਕਿਸੇ ਇੱਕ ਇਕੱਲੀ ਔਰਤ ਦਾ ਹੋਣਾ ਖੁਸ਼ ਹੋਣ ਵਾਲੀ ਗੱਲ ਨਹੀਂ, ਸਗੋਂ ਇੱਕ ਸਮੱਸਿਆਕਾਰ ਹੈ, ਉਦੋਂ ਤੱਕ ਸਾਨੂੰ ਨਾਰੀਵਾਦ ਦੀ ਪ੍ਰਸੰਗਿਕਤਾ ਵੀ ਸਮਝ ਨਹੀਂ ਆ ਸਕਦੀ। ਇਸ ਪੱਖੋਂ ਪੰਜਾਬੀ ਅਕਾਦਮਿਕਤਾ ਵਿੱਚ ਅਜਿਹੇ ਵਾਕ ਬੜੇ ਆਮ ਸੁਣਨ ਨੂੰ ਮਿਲ ਜਾਂਦੇ ਨੇ। ਇਸੇ ਲਈ ਪੰਜਾਬੀ ਸਾਹਿਤਿਕ ਅਕਾਦਮਿਕ ਦਾਇਰਿਆਂ ਵਿਚਲੀਆਂ ਔਰਤਾਂ ਇਸ ਸ਼ਬਦ ਤੋਂ ਭੱਜਦੀਆਂ ਤੇ ਦੂਰੀ ਬਣਾਉਂਦੀਆਂ ਦਿਖਾਈ ਦਿੰਦੀਆਂ ਹਨ। ਮੇਰੀ ਸੀਮਤ ਜਾਣਕਾਰੀ ਅਨੁਸਾਰ ਅਮਰਤਾ ਨੇ 1-2 ਵਾਰ ਇਹ ਗੱਲ ਬਹੁਤ ਜ਼ੋਰ ਦੇ ਕੇ ਆਖੀ ਕਿ ਉਹ ਨਾਰੀਵਾਦੀ ਨਹੀਂ ਹੈ। ਪੰਜਾਬ ਦੀ ਸਥਾਪਿਤ ਕਵਿੱਤਰੀ ਪਾਲ ਕੌਰ ਆਪਣੀ ਬਿਲਕੁਲ ਲੇਟੈਸਟ ਕਿਤਾਬ ਵਿੱਚ ਇੱਕ ਕਵਿਤਾ ਰਾਹੀਂ ਇਹ ਕਹਿੰਦੇ ਹੀ ਪ੍ਰਤੀਤ ਹੁੰਦੀ ਹੈ ਕਿ ਉਹ ਨਾਰੀਵਾਦੀ ਨਹੀਂ ਹੈ। ਮੈਂ ਵਿੱਚੋਂ ਕੁਝ ਹਿੱਸਾ ਛੱਡ ਰਹੀ ਹਾਂ। ਉਹ ਆਪਣੀ ਇਸ ਕਵਿਤਾ 'ਚ ਉਹਨੇ ਇੱਕ ਕਵਿਤਾ ਲਿਖੀ ਹੈ ਜਿਹਦੇ 'ਚੋਂ ਕਹਿੰਦੀ ਹੈ ਕਿ ਮੈਂ ਟੁਕੜਾ ਟੁਕੜਾ ਗੈਂਗ ਬਣੀ, ਮੈਂ ਮਾਓਵਾਦੀ ਬਣੀ, ਮਤਲਬ ਸਾਰੇ ਜਿੰਨੇ ਵੀ ਕੇਂਦਰੀ ਸੱਤਾ ਦੇ ਦਿੱਤੇ ਹੋਏ ਵਿਸ਼ੇਸ਼ਣ ਹੈ ਉਹਨਾਂ ਨੂੰ ਸਵੀਕਾਰ ਕਰਦੀ ਹੈ, ਪਰ ਕਿਤੇ ਵੀ ਉਸ ਕਵਿਤਾ 'ਚੋਂ ਇਹ ਨਹੀਂ ਕਹਿੰਦੀ ਕਿ ਮੈਂ ਨਾਰੀਵਾਦੀ ਹਾਂ। ਉਹ ਆਪਣੀ ਇਸ ਕਵਿਤਾ ਵਿੱਚ ਕੇਂਦਰੀ ਸੱਤਾ ਵੱਲੋਂ ਬਾਗੀਆਂ ਨੂੰ ਦਿੱਤੇ ਸਾਰੇ ਵਿਸ਼ੇਸ਼ਣ ਸਵੀਕਾਰ ਕਰਦੀ ਹੈ, ਪਰ ਨਾਰੀਵਾਦੀ ਹੋਣਾ ਨਹੀਂ, ਕਿਉਂਕਿ ਪੰਜਾਬੀ ਅਕਾਦਮਿਕਤਾ ਤੇ ਪੰਜਾਬੀ ਆਲੋਚਨਾ 'ਚ ਪ੍ਰਵਾਨ ਹੋਣ ਲਈ ਤੁਸੀਂ ਨਾਰੀਵਾਦੀ ਨਹੀਂ ਹੋ ਸਕਦੇ। ਇਹ ਦਬਾਅ ਸਾਡੇ ਸਮਕਾਲ 'ਚ ਜਿਉਂਦੀਆਂ ਸਾਰੀਆਂ ਔਰਤ ਸਿਰਜਕਾਂ ਸਹਿਣ ਕਰਦੀਆਂ ਹਨ।
ਪੰਜਾਬੀ ਅਕਾਦਮਿਕਤਾ ਤੇ ਸਾਹਿਤਕ ਸਪੇਸ ਵਿੱਚ ਜਮਾਤ ਤੋਂ ਬਿਨਾਂ ਬਾਕੀ ਸਾਰੇ ਮਸਲੇ ਤੁੱਛ ਸਮਝੇ ਜਾਂਦੇ ਹਨ। ਸਥਾਈ ਜਮਾਤੀ ਏਕਤਾ ਦੇ ਭਰਮ ਹੇਠ ਸਾਡੇ ਬਹੁਤੇ ਆਲੋਚਕਾਂ ਨੇ ਨਾਰੀਵਾਦ ਬਾਰੇ ਬਿਨਾਂ ਕੁਝ ਪੜ੍ਹਿਆਂ ਹੀ ਆਪਣੀਆਂ ਧਾਰਨਾਵਾਂ ਬਣਾ ਲਈਆਂ ਹਨ ਤੇ ਇਹਨਾਂ ਪੂਰਵ ਧਾਰਨਾਵਾਂ ਦੇ ਆਧਾਰ ਤੇ ਹੀ ਉਹਨਾਂ ਨੇ ਸਾਡੀਆਂ ਲਿਖਤਾਂ ਬਾਰੇ ਆਪਣੀਆਂ ਰਾਵਾਂ ਬਣਾਈਆਂ ਹਨ। ਮਸਲਨ ਮਨਜੀਤ ਟਿਵਾਣਾ ਨੂੰ ਰੈਡੀਕਲ ਨਾਰੀਵਾਦੀ ਆਖਣਾ। ਮੇਰਾ ਇਹ ਦਾਅਵਾ ਹੈ ਕਿ ਜਿੰਨਾ ਆਲੋਚਕਾਂ ਨੇ ਵੀ ਇਹ ਗੱਲ ਕਹੀ ਹੈ ਉਹਨਾਂ ਨੂੰ ਕਿਸੇ ਨੂੰ ਨਹੀਂ ਪਤਾ ਕਿ ਰੈਡੀਕਲ ਨਾਰੀਵਾਦੀ ਹੋਣ ਦਾ ਕੀ ਅਰਥ ਹੈ। ਜਿੱਥੋਂ ਤੱਕ ਨਾਰੀਵਾਦ ਨੂੰ ਮੱਧ ਵਰਗੀ ਔਰਤਾਂ ਦਾ ਮਸਲਾ ਸਮਝ ਕੇ ਨਕਾਰ ਦੇਣ ਦੀ ਗੱਲ ਹੈ ਤਾਂ ਇਹ ਰਿਵਾਜ਼ ਵੀ ਸਾਡੇ ਇਸ ਅਕਾਦਮਿਕ ਸੱਭਿਆਚਾਰ ਵਿੱਚ ਪ੍ਰਚਲਿਤ ਹੈ। ਮੈਨੂੰ ਲੱਗਦਾ ਹੈ ਕਿ ਧਾਰਨਾ ਨਾਰੀਵਾਦ ਅਤੇ ਨਾਰੀ ਜੀਵਨ ਦੋਹਾਂ ਨੂੰ ਨਾ ਜਾਣਨ 'ਚੋਂ ਪੈਦਾ ਹੁੰਦੀ ਹੈ ਤੇ ਇੱਕ ਖਾਸ ਤਰ੍ਹਾਂ ਦੀ ਬੇਈਮਾਨੀ ਵਿੱਚੋਂ। ਅਸਲੀ ਗੱਲ ਅਸੀਂ ਮੰਨ ਲਈਏ ਕਿ ਇਹ ਮੱਧ ਵਰਗੀ ਔਰਤਾਂ ਦਾ ਮਸਲਾ ਹੈ ਵੀ, ਤਾਂ ਵੀ ਕੀ ਮੱਧ ਵਰਗ ਦੇ ਅਨੁਭਵ ਜਾਂ ਚਿੰਤਾਵਾਂ ਕੋਈ ਚਿੰਤਨ ਦਾ ਮਸਲਾ ਨਹੀਂ ਹਨ। ਸਗੋਂ ਸਾਨੂੰ ਇੰਜ ਲੱਗਦਾ ਹੈ ਕਿ ਔਰਤ ਨੂੰ ਚੇਤਨਾ ਦੇ ਇੱਕ ਖਾਸ ਪੱਧਰ ਉੱਤੇ ਜਾ ਕੇ ਹੀ ਇਹ ਗੱਲ ਸਮਝ ਆਉਂਦੀ ਹੈ ਕਿ ਉਹ ਦੁਜੈਲਾ ਜੀਵਨ ਜਿਉਂ ਰਹੀ ਹੈ। ਇਸ ਦੀ ਸਮਝ ਆਉਣ ਲਈ ਔਰਤ ਨੂੰ ਪੜ੍ਹਨ ਲਿਖਣ ਤੇ ਚੇਤਨ ਹੋਣ ਦੇ ਸਾਧਨ ਚਾਹੀਦੇ ਹਨ, ਪਰ ਇਸ ਚੇਤਨ ਹੋ ਰਹੀ ਔਰਤ ਨੂੰ ਅਸੀਂ ਮੱਧ ਵਰਗੀ ਆਖ ਕੇ ਇਰਰੈਲੇਵੈਂਟ ਕਰ ਦਿੰਦੇ ਹਾਂ। ਸਵਾਲ ਅਸਲ 'ਚ ਇਹ ਬਣਦਾ ਹੈ ਕਿ ਕਿਤੇ ਸਾਨੂੰ ਇਸ ਗੱਲ ਤੋਂ ਸਮੱਸਿਆ ਤਾਂ ਨਹੀਂ ਕਿ ਇਹ ਵਰਗ ਥੱਲੋਂ ਉੱਠ ਕੇ ਮੱਧ ਵਰਗ ਵਿੱਚ ਸ਼ਾਮਿਲ ਕਿਉਂ ਹੋ ਗਿਆ ਜਾਂ ਆਪਣੀਆਂ ਗੱਲਾਂ ਕਿਉਂ ਕਰਨ ਲੱਗ ਪਿਆ। ਇਸ ਦੇ ਨਤੀਜੇ ਵਜੋਂ ਅਸੀਂ ਇੱਕ ਹੋਰ ਖਾਸ ਤਰ੍ਹਾਂ ਦੀ ਸਮੱਸਿਆ ਦਾ ਸ਼ਿਕਾਰ ਹੁੰਦੇ ਹਾਂ, ਉਹ ਹੈ ਵਟ ਅਬਾਊਟਿਜ਼ਮ। ਸਾਨੂੰ ਅਕਸਰ ਹੀ ਆਖ ਕੇ ਨਿੰਦਿਆ ਜਾਂਦਾ ਹੈ ਕਿ ਅਸੀਂ ਇਸ ਔਰਤ ਬਾਰੇ ਤਾਂ ਗੱਲ ਕਰਦੀਆਂ ਹਾਂ ਪਰ ਉਸ ਔਰਤ ਬਾਰੇ ਗੱਲ ਨਹੀਂ ਕਰਦੀਆਂ, ਜਦੋਂ ਕਿ ਅਸੀਂ ਚੰਗੀ ਤਰ੍ਹਾਂ ਜਾਣਦੇ ਹਾਂ ਕਿ ਸਾਰਾ ਕੁਝ ਤਾਂ ਸਾਰੇ ਹੀ ਕਰ ਜਾਂ ਆਖ ਸਕਦੇ ਹਨ। ਨਾਰੀਵਾਦੀਆਂ ਨੂੰ ਇਸ ਤਰ੍ਹਾਂ ਦੇ ਸਵਾਲ ਕਰਦਿਆਂ ਕਈ ਵਾਰ ਔਰਤਾਂ ਖੁਦ ਵੀ ਸੁਚੇਤ ਜਾਂ ਅਚੇਤ ਪੱਧਰ ਉੱਤੇ ਔਰਤ ਦੇ ਉਸ ਬਿੰਬ ਬਾਰੇ ਗੱਲ ਕਰਦੀਆਂ ਹਨ ਜਿਸ ਬਾਰੇ ਗੱਲ ਕਰਨਾ ਥੋੜ੍ਹਾ ਸਵੀਕ੍ਰਿਤ ਹੈ। ਇਸ ਤਰ੍ਹਾਂ ਗੱਲ ਕਰਦਿਆਂ ਉਹ ਆਪਣੇ ਲਈ ਗਾਲਬ ਧਿਰਾਂ 'ਚ ਇੱਕ ਕੰਫਰਟ ਜ਼ੋਨ ਵੀ ਤਲਾਸ਼ਦੀਆਂ ਹਨ। ਗਾਲਬ ਧਿਰਾਂ ਉਹਨਾਂ ਔਰਤਾਂ ਨੂੰ ਇਹ ਆਖ ਕੇ ਵਡਿਆਉਂਦੀਆਂ ਹਨ ਕਿ ਉਹਨਾਂ ਦੀ ਸਮਝ ਫਲਾਣੀਆਂ ਨਾਰੀਵਾਦੀਆਂ ਵਰਗੀ ਨਹੀਂ ਹੈ। ਇਹ ਬਹੁਤ ਲੁਭਾਉਣਾ ਵਾਕ ਹੈ ਜਿਸ ਵਿੱਚੋਂ ਬਚ ਨਿਕਲਣ ਲਈ ਬੜੀ ਹੋਸ਼ਮੰਦੀ ਦੀ ਜ਼ਰੂਰਤ ਹੈ। ਲਗਭਗ ਇਸੇ ਤਰ੍ਹਾਂ ਦਾ ਦੁਜੈਲਾਪਨ ਅਸੀਂ ਖੱਬੇ ਪੱਖੀ ਜਮਹੂਰੀ ਤੇ ਸਮਾਜਿਕ ਕਾਰਕੁਨ ਜਥੇਬੰਦੀਆਂ 'ਚ ਹੰਡਾਉਂਦੀਆਂ ਹਾਂ। ਮਸਲਨ ਇਹ ਵੱਡਾ ਸਵਾਲ ਹੈ ਕਿ ਇਹਨਾਂ ਜਥੇਬੰਦੀਆਂ ਦੀ ਲੀਡਰਸ਼ਿਪ ਵਿੱਚ ਔਰਤਾਂ ਕਿੱਥੇ ਹਨ। ਸੰਯੁਕਤ ਕਿਸਾਨ ਮੋਰਚੇ ਦੀਆਂ ਭਾਈਵਾਲ ਜਥੇਬੰਦੀਆਂ ਦੀਆਂ ਲੀਡਰਸ਼ਿਪ ਵਿੱਚ ਔਰਤਾਂ ਦਾ ਅਨੁਪਾਤ ਕੀ ਸੀ। ਪਿਛਲੇ ਦਿਨੀ ਜਦੋਂ ਪੰਜਾਬ ਕੌਮਾਂਤਰੀ ਮਹਿਲਾ ਦਿਵਸ ਮਨਾ ਰਿਹਾ ਸੀ ਤਾਂ ਮਾਈ ਭਾਗੋ, ਮਾਤਾ ਗੁੱਜਰ ਕੌਰ, ਦੁਰਗਾ ਭਾਬੀ ਤੇ ਗਦਰੀ ਗੁਲਾਬ ਕੌਰ ਦੀਆਂ ਤਸਵੀਰਾਂ ਵਾਰ-ਵਾਰ ਵੇਖਣ ਨੂੰ ਮਿਲੀਆਂ। ਦਿਲਚਸਪ ਗੱਲ ਇਹ ਹੈ ਕਿ ਸਾਡੀਆਂ ਖੱਬੀਆਂ ਧਿਰਾਂ ਤੇ ਜਗੀਰੂ ਜਾਂ ਧਾਰਮਿਕ ਜਥੇਬੰਦੀਆਂ ਦੀਆਂ ਪੰਜਾਬੀ ਨਾਇਕਾਵਾਂ ਇੱਕੋ ਹੀ ਹਨ। ਉੱਥੇ ਇਹਨਾਂ 'ਚ ਕੋਈ ਲੜਾਈ ਨਹੀਂ ਹੈ। ਉਹੀ ਸਾਡੀਆਂ ਸਿੱਖ ਨਾਇਕਾਵਾਂ ਨੇ, ਉਹੀ ਸਾਡੀਆਂ ਖੱਬੇ ਪੱਖੀਆਂ ਦੀਆਂ ਨਾਇਕਾਵਾਂ ਨੇ। ਉਹ ਇਸ ਦਿਨ ਦੀਆਂ ਨਾਇਕ, ਪਰੰਤੂ ਸਾਡੀ ਜਾਚੇ ਮਾਈ ਭਾਗੋ, ਦੁਰਗਾ ਭਾਬੀ, ਮਾਤਾ ਗੁੱਜਰ ਕੌਰ ਅਤੇ ਗਦਰੀ ਗੁਲਾਬ ਕੌਰ ਦਾ ਜੀਵਨ ਤੇ ਸੰਘਰਸ਼ ਮਹੱਤਵਪੂਰਨ ਹੁੰਦਿਆਂ ਹੋਇਆਂ ਵੀ ਉਹ ਇਸ ਦਿਨ ਦੀਆਂ ਨਾਇਕਾਵਾਂ ਨਹੀਂ ਹਨ, ਕਿਉਂਕਿ ਉਹਨਾਂ ਦਾ ਔਰਤ ਦੀ ਹੋਣੀ ਤੇ ਹਸਤੀ ਦੇ ਸਵਾਲਾਂ ਨਾਲ ਕੋਈ ਸਿੱਧਾ ਸੰਬੰਧ ਨਹੀਂ ਬਣਦਾ ਜਾਂ ਉਹ ਪਿਤਰਕੀ ਦੀਆਂ ਸੰਰਚਨਾਵਾਂ ਨਾਲ ਕਿਸੇ ਤਰ੍ਹਾਂ ਦੀ ਲੜਾਈ ਨਹੀਂ ਲੜਦੀਆਂ। ਇਹਨਾਂ ਜਥੇਬੰਦੀਆਂ ਦਾ ਅਸਲ ਚਿਹਰਾ ਉਦੋਂ ਸਾਹਮਣੇ ਆਉਂਦਾ ਹੈ ਜਦੋਂ ਇਹ ਪਿਤਰਕੀ ਖਿਲਾਫ ਬੋਲਣ ਵਾਲੀਆਂ ਔਰਤਾਂ ਨੂੰ ਆਪਣੇ ਵਿਰੋਧੀਆਂ ਦੇ ਰੂਪ 'ਚ ਦੇਖਦੀਆਂ ਹਨ ਤੇ ਉਹਨਾਂ ਹੀ ਸਮਾਗਮਾਂ ਵਿੱਚ ਆਪਣੇ ਮੰਚਾਂ ਤੋਂ ਉਹਨਾਂ ਦਾ ਬਾਈਕਾਟ ਕਰਦੀਆਂ ਹਨ। ਮੈਂ ਪਿਛਲੇ ਦਿਨੀ ਇਹ ਆਪ ਝੱਲਿਆ। ਉਹ ਮਹਿਲਾ ਦਿਵਸ ਦੇ ਇਤਿਹਾਸ ਨੂੰ ਤਾਂ ਇਹਨਾਂ ਮੰਚਾਂ ਤੋਂ ਦੁਹਰਾਉਂਦੇ ਨੇ, ਪਰ ਉਸ ਇਤਿਹਾਸ ਦੀ ਸਮਕਾਲੀ ਵਿਆਖਿਆ ਤਲਾਸ਼ਣ ਦੀ ਬਜਾਏ ਸਗੋਂ ਇਹਨਾਂ ਜਥੇਬੰਦੀਆਂ ਵਿਚਲੇ ਪਿਤਰਕੀ ਦੇ ਗਲਬੇ ਨੂੰ ਸੂਟ ਕਰਦੀਆਂ ਨਾਇਕਾਵਾਂ ਨੂੰ ਇਸ ਦਿਨ ਦੀਆਂ ਨਾਇਕਾਵਾਂ ਵਜੋਂ ਪੇਸ਼ ਕਰਕੇ ਇਤਿਹਾਸ ਅਤੇ ਭਵਿੱਖ ਦੋਹਾਂ ਨਾਲ ਛਲ ਕਰਦੇ ਹਨ। ਮੇਰਾ ਸੁਝਾਅ ਹੈ ਕਿ ਇਸ ਸੰਬੰਧੀ ਸਾਨੂੰ ਕਾਤਿਆਨੀ ਨੂੰ ਪੜ੍ਹਨਾ ਚਾਹੀਦਾ ਹੈ। ਉਹ ਲਿਖਦੀ ਹੈ ਕਿ ਜਮਾਤ ਅਤੇ ਜਾਤ ਦੇ ਬਣੇ ਰਹਿਣ ਲਈ ਪਿਤਰਕੀ ਦਾ ਬਣੇ ਰਹਿਣਾ ਜ਼ਰੂਰੀ ਹੈ। ਇਸ ਪੱਖੋਂ ਸਗੋਂ ਸੰਘੀ ਤੇ ਜੋਗੀ ਵਰਗੇ ਮੈਨੂੰ ਜ਼ਿਆਦਾ ਸਿਆਣੇ ਲੱਗਦੇ ਨੇ ਸਾਡੀਆਂ ਖੱਬੇ ਪੱਖੀ ਜਥੇਬੰਦੀਆਂ ਤੋਂ। ਉਹ ਵਾਰ-ਵਾਰ ਕਹਿੰਦੇ ਆ ਕਿ ਔਰਤਾਂ ਨੂੰ ਘਰਾਂ 'ਚ ਰੱਖਣਾ ਚਾਹੀਦਾ, ਉਹਨਾਂ ਨੂੰ ਵੱਧ ਪਤਾ ਹੈ ਕਿ ਪਿਤਰਕੀ ਕੀ ਰੋਲ ਪਲੇ ਕਰਦੀ ਹੈ, ਪਰ ਸਾਡੇ ਖੱਬੇ ਪੱਖੀਆਂ ਨੂੰ ਇਹ ਗੱਲ ਮੈਨੂੰ ਲੱਗਦਾ ਕਿ ਹਜੇ ਸਮਝ ਨਹੀਂ ਆਈ। ਸਾਡੀਆਂ ਇਹਨਾਂ ਜਥੇਬੰਦੀਆਂ 'ਚ ਔਰਤਾਂ ਉਸੇ ਪਰਿਵਾਰਵਾਦ ਦਾ ਸ਼ਿਕਾਰ ਹਨ ਜਿਸ ਕਿਸਮ ਦਾ ਪਰਿਵਾਰਵਾਦ ਸਾਡੀ ਮੁੱਖ ਧਾਰਾ ਦੀ ਰਾਜਨੀਤੀ ਵਿੱਚ ਹੈ। ਲਿਹਾਜ਼ਾ ਉਹ ਵਰ੍ਹਿਆਂ ਤੱਕ ਆਪਣੇ ਪਿਓਆਂ, ਪਤੀਆਂ ਤੇ ਪ੍ਰੇਮੀਆਂ ਦੀਆਂ ਜਥੇਬੰਦੀਆਂ 'ਚ ਕੰਮ ਕਰਦੀਆਂ ਹਨ। ਇਹਨਾਂ ਜਥੇਬੰਦੀਆਂ ਵਿੱਚ ਔਰਤ ਦੇ ਸਵਾਲ ਲਈ ਓਨੀ ਕੀ ਥਾਂ ਹੈ ਕਿ ਔਰਤਾਂ ਇਹਨਾਂ ਦੀਆਂ ਰੈਲੀਆਂ, ਧਰਨਿਆਂ 'ਚ ਗਿਣਤੀ ਵਜੋਂ ਸ਼ਾਮਿਲ ਹੋ ਸਕਣ, ਇਹਨਾਂ ਦੀਆਂ ਰੋਟੀਆਂ ਪਕਾ ਸਕਦੀਆਂ ਹੋਣ। ਗਲੋਰੀਆ ਆਪਣੇ ਲੇਖ ਵਿੱਚ ਲਿਖਦੀ ਹੈ ਕਿ ਸ਼ਿਕਾਗੋ ਦੀ ਇੱਕ ਕਵਿੱਤਰੀ ਨੂੰ ਹਾਂਜੀ ਬਸ ਮੈਂ ਖਤਮ ਕਰ ਰਹੀ ਹਾਂ ਕਿ ਸ਼ਿਕਾਗੋ ਦੀ ਇੱਕ ਕਵਿੱਤਰੀ ਨੇ ਕਿਤੇ ਕਿਹਾ ਕਿ ਜੇਕਰ ਉਹ ਸਾਰੀ ਉਮਰ ਕ੍ਰਾਂਤੀਕਾਰੀਆਂ ਲਈ ਮੱਕੇ ਦੇ ਵਿਅੰਜਨ ਵੀ ਪਕਾਉਂਦੀ ਰਹੇ ਤਾਂ ਵੀ ਇਹ ਉਸ ਦੀ ਕ੍ਰਾਂਤੀ ਨਹੀਂ ਹੋ ਸਕਦੀ। ਜੇਕਰ ਇਸ ਨੂੰ ਠੀਕ ਪ੍ਰਸੰਗ 'ਚ ਸਮਝਿਆ ਜਾਵੇਗਾ, ਇਸ ਦਾ ਅਰਥ ਇਹ ਬਣਦਾ ਹੈ ਕਿ ਇਹਨਾਂ ਜਥੇਬੰਦੀਆਂ 'ਚ ਔਰਤਾਂ ਦੀ ਭੂਮਿਕਾ
ਉਹਨਾਂ ਦੀ ਘਰ ਵਿਚਲੀ ਭੂਮਿਕਾ ਦਾ ਹੀ ਵਿਸਥਾਰ ਹੈ ਤਾਂ ਇਸ ਵਿੱਚ ਕੋਈ ਅਤਕਥਨੀ ਨਹੀਂ ਹੋਵੇਗੀ। ਇਹਨਾਂ ਮਰਦਾਵੀਆਂ ਜਥੇਬੰਦੀਆਂ ਦੇ ਸਿਰਜੇ ਮੰਚਾਂ ਜਾਂ ਸੰਸਦਾਂ ਵਿੱਚ ਬੋਲਣਾ ਵੀ ਇਸ ਤੋਂ ਬਹੁਤਾ ਵੱਖਰਾ ਨਹੀਂ ਹੈ ਜਦੋਂ ਤੱਕ ਬੋਲਿਆ ਜਾਣ ਵਾਲਾ ਬੋਲ ਸਾਡਾ ਆਪਣਾ ਨਹੀਂ ਹੈ। ਅਜਿਹੀਆਂ ਸਥਿਤੀਆਂ 'ਚ ਆਪਣਾ ਬੋਲ ਹਾਸਲ ਕਰਨਾ ਮਜ਼ਾਕ, ਤਿਰਸਕਾਰ, ਧਮਕੀਆਂ, ਅਲਗਾਵ ਤੇ ਪੀੜ ਦੇ ਰਾਹ 'ਚੋਂ ਗੁਜ਼ਰਨਾ ਹੈ। ਕਮਲਾ ਭਸੀਨ ਲਿਖਦੀ ਹੈ, ਮੈਂ ਪੇਪਰ ਖ਼ਤਮ ਕਰ ਰਹੀ ਹਾਂ, ਕਿ ਉਹ ਕਹਿੰਦੀ ਵੀ ਮੈਂ ਆਪਣੀਆਂ ਸਾਰੀਆਂ ਵਰਕਸ਼ਾਪਸ ਦੇ ਵਿੱਚ ਕੁੜੀਆਂ ਨੂੰ ਵਾਰਨ ਕਰਦੀ ਹਾਂ ਕਿ ਇਹ ਬਹੁਤ ਪੀੜਾਦਾਇਕ ਸਫ਼ਰ ਹੈ, ਤੁਸੀਂ ਇਸ ਸਫ਼ਰ 'ਤੇ ਨਾ ਤੁਰੋ। ਪਰ ਕਹਿੰਦੀ ਵੀ ਜਦੋਂ ਮੈਂ ਇਸ ਸਫ਼ਰ 'ਤੇ ਤੁਰੀ ਤਾਂ ਮੈਨੂੰ ਇਹ ਲੱਗਦਾ ਹੈ ਕਿ ਇਹੀ ਇੱਕ ਇੰਗੇਜਮੈਂਟ ਸੀ ਜਿਹੜੀ ਉਮਰ ਭਰ ਚੱਲੀ, ਬਾਕੀ ਸਾਰੇ ਵਿਆਹ ਟੁੱਟ ਗਏ। ਇਹ ਔਖ ਕਾਰਨ ਹੀ ਸ਼ਾਇਦ ਪੰਜਾਬ ਅਜੇ ਤੱਕ ਵੀ ਇਸ ਬਾਤ ਤੋਂ ਡਰ ਰਿਹਾ ਹੈ। ਪੰਜਾਬ ਦੀ ਅਕਾਦਮਿਕਤਾ, ਜਮਹੂਰੀ ਜਥੇਬੰਦੀਆਂ ਤੇ ਸਿੱਖ ਸੱਭਿਆਚਾਰ ਦੀ ਗਲੋਰੀਫਿਕੇਸ਼ਨ 'ਚ ਰੁੱਝੇ ਲੋਕ ਜਦੋਂ ਤੱਕ ਆਪਣੇ ਆਪ ਨਾਲ ਆਲੋਚਨਾਤਮਕ ਢੰਗ ਨਾਲ ਇੰਗੇਜ ਨਹੀਂ ਕਰਦੇ, ਉਦੋਂ ਤੱਕ ਸਮਾਜਿਕ ਨਿਆਂ ਦੀ ਮੰਗ ਕਰਦੀਆਂ ਇਹ ਧਿਰਾਂ ਅਣਗੌਲੀਆਂ ਹੀ ਰਹਿਣਗੀਆਂ। ਪੰਜਾਬ ਦੀਆਂ ਨਾਰੀਵਾਦੀ ਜਦੋਂ ਤੱਕ ਬਹੁਤ ਊਰਜਾ ਨਾਲ ਇੱਕ ਦੂਜੇ ਨਾਲ ਭੈਣਚਾਰਾ ਦਿਖਾਉਂਦੇ ਹੋਏ ਇਹਨਾਂ ਮਸਲਿਆਂ ਨੂੰ ਸੰਬੋਧਿਤ ਨਹੀਂ ਹੁੰਦੀਆਂ, ਉਦੋਂ ਤੱਕ ਭਵਿੱਖ ਵਿੱਚ ਵੀ ਨਾਰੀਵਾਦੀਆਂ ਦੀ ਹੋਂਦ ਉਹਨਾਂ ਹੀ ਸਵਾਲਾਂ 'ਚ ਘਿਰੀ ਰਹੇਗੀ ਜੋ ਸਾਡੇ ਇਤਿਹਾਸ ਵਿੱਚ ਬਣੇ ਰਹੇ ਹਨ। ਸ਼ੁਕਰੀਆ।